ਜਦੋਂ ਖਾਲਸੇ ਦਾ ਜਨਮ ਹੁੰਦਾ ਹੈ ਤਾਂ ਉਹ ਸਰਬਲੋ ਦੇ ਬਰਤਨ ਦੇ ਸਰਬਲੋ ਦੇ ਭਾਂਡੇ ਵਿੱਚ ਸਰਬਲੋ ਦੇ ਬਾਟੇ ਦੇ ਵਿੱਚੋਂ ਹੁੰਦਾ ਹੈ। ਤਾਂ ਇਸ ਕਰਕੇ ਜਦੋਂ ਜੋ ਖਾਲਸੇ ਦਾ ਜਨਮ ਹੀ ਗੁਰੂ ਸਾਹਿਬ ਸਰਬਲੋ ਦੇ ਬਾਟੇ ਦੇ ਵਿੱਚੋਂ ਦੇ ਰਹੇ ਨੇ ਤਾਂ ਫਿਰ ਅੱਗੇ ਰੂਟੀਨ ਵੀ ਸਾਨੂੰ ਬਟ ਆਲਵੇਜ਼ ਇਹ ਬਣਦਾ ਹੈ ਕਿ ਅਸੀਂ ਸਰਬਲੋ ਦੇ ਭਾਂਡੇ ਹੀ ਯੂਜ਼ ਕਰੀਏ। ਮੇਰੀ ਉਮਰ 80 ਸਾਲ ਦੀ ਹੋ ਗਈ, ਮੈਂ ਹੁਣ ਥਾਈ ਬਣਾਈ ਜਾਂਦਾ ਜੀ। ਕੋਈ ਦਮ ਨਹੀਂ ਲੈਂਦਾ। ਸਾਰਾ ਦਿਨ 12 ਘੰਟੇ 10 ਘੰਟੇ ਕੰਮ ਕਰਦਾ ਆਪਣਾ ਆਰਾਮ ਕਰ। ਹੁਣ ਤਾਂ ਸਮਾਂ ਜ਼ਿਆਦਾ ਬਣਦੇ ਆ, ਅੱਗੇ ਘੱਟ ਬਣਦੇ ਤੇ ਜੀ, ਹੁਣ ਬਹੁਤ ਬਣਦੇ ਆ। ਹੁਣ ਤਾਂ ਬਾਹਰ ਕੈਨੇਡਾ ਵਿੱਚ, ਅਮਰੀਕਾ 'ਚ, ਇੰਗਲੈਂਡ 'ਚ ਸਾਰੇ ਪਾਸੇ ਚਲੇ ਗਏ ਬਰਤਨ। ਜਿਹੜੇ ਤੁਹਾਡੇ ਪੁੱਤਰ ਨੇ ਜਾਂ ਤੁਹਾਡੇ ਅੱਗੇ ਪੋਤੇ ਜਿਹੜੇ ਨੇ ਉਹਨਾਂ ਦਾ ਕੀ ਇਸ ਕੰਮ ਵੱਲ ਦਿਲਚਸਪੀ ਹੈਗੀ ਹੈ? ਹਾਂ, ਆਪ ਮੁੰਡਾ ਹੈ, ਆਪ ਭਤੀਜਾ ਹੈ, ਆਪ ਪੋਤਾ ਵੀ ਕੰਮ ਕਰਦਾ ਹੈ। ਅੱਛਾ। ਹਾਂਜੀ, ਮੈਂ ਤਾਂ ਜੀ ਐਸੀ ਮੈਂ ਕੌਲੀਆਂ 2 ਰੱਖੀਆਂ ਵੀਆਂ। ਮੈਨੂੰ ਬਿਮਾਰੀ ਜੀ ਹੋ ਗਈ ਸੀ, ਦੌਰਾ ਜਿਹਾ ਪੈ ਗਿਆ ਤਾਂ ਬਾਬਾ ਆਪਣਾ ਉਹਨਾਂ ਬਾਈ ਰੋਟੀ ਖਾਂਦਾ, ਕੋਈ ਗੱਲ ਨਹੀਂ ਹੋਈ ਜਾਤੇ ਬਾਅਦ। जो अपना किता है ना वही अगे तो कामयाबी प्रदान करता है। मैंने बड़ी खुशी है काम करके, मैं बहुत संतुष्ट हैं इस काम से। खुशी संभाली नहीं जाती जी, इन्ना मतलब खुशी हो जाती है कि चाह चढ़ जाता है जो महापुर कथे चरण पाने ना आके असी गदगद हो जाने भी। ਅੱਜ तक ਅਸੀਂ ਹਲੇ ਆਪਣੇ ਟੈਟਨਸ ਦਾ ਟੀਕਾ ਨਹੀਂ ਲਵਾ ਸਕੇ ਜੀ ਜੀ ਜੀ, ਕਿਉਂਕਿ ਸਾਡੇ ਹੱਥਾਂ ਦੇ ਰੋਮਾਂ ਰਾਹੀਂ ਕੁਦਰਤੀ ਆਇਰਨ ਹੈ ਜਿਹੜਾ ਅੰਦਰ ਜਾ ਰਿਹਾ ਹੈ। ਔਰ ਜਿੱਦਾਂ ਕਿ ਆਮ ਕਰਕੇ ਨਿਹੰਗ ਸਿੰਘ ਹਨ, ਕਦੇ ਅਸੀਂ ਅੱਜ ਤੱਕ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਲੱਗੀ ਵੀ ਦੇਖੀ ਹੈ। ਆਮ ਤੌਰ 'ਤੇ ਉਹ ਡੇਲੀ ਉਹਨਾਂ ਨੇ ਇਹਦੇ ਵਿੱਚ ਹੀ ਹਰ ਟਾਈਮ ਜਲ ਪਾਣੀ ਜੋ ਵੀ ਛਕਣਾ ਪ੍ਰਸ਼ਾਦਾ ਇਹਦੇ ਵਿੱਚ ਹੀ ਛਕਦੇ ਹਨ। ਉਹ अकाल पुरख की रक्षा हमने, सर्ब लोक की रक्षा हमने, सर्ब काल जी की रक्षा हमने। वाहिगुरू जी का खालसा, वाहिगुरू जी की फतेह। अज ਆਪ ਸੰਗਤਾਂ ਨੂੰ ਲੈ ਕੇ ਆਏ ਹਾਂ ਇਤਿਹਾਸਿਕ ਪਿੰਡ ਕੜੂਆ ਵਿਖੇ, ਜੋ ਕਿ ਮੋਹਾਲੀ ਦੇ ਵਿੱਚ ਪੈਂਦਾ ਹੈ ਅਤੇ ਖਰੜ ਤੋਂ ਤਕਰੀਬਨ 7 ਕਿਲੋਮੀਟਰ ਦੂਰ ਅਤੇ ਕੁਰਾਲੀ ਤੋਂ ਤਕਰੀਬਨ 4 ਕਿਲੋਮੀਟਰ ਦੂਰੀ ਤੇ ਇਹ ਪਿੰਡ ਮੌਜੂਦ ਹੈ। ਇਸ ਪਿੰਡ ਦੀ ਖਾਸੀਅਤ ਇਹ ਹੈ ਕਿ ਇਹਦਾ ਪਿੰਡ ਦਾ ਸਬੰਧ ਜਿੱਥੇ ਹਿੰਦੂ ਧਰਮ ਦੇ ਜਿਹੜਾ ਇਤਿਹਾਸ ਹੈ ਉਸ ਦੇ ਨਾਲ ਕਾਫੀ ਡੂੰਘਾ ਹੈ, ਉੱਥੇ ਹੀ ਸਾਡੇ 2 ਸਿੱਖ ਗੁਰੂ ਸਹਿਬਾਨ ਸ਼੍ਰੀ ਗੁਰੂ ਹਰਰਾਏ ਜੀ ਅਤੇ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਵੀ ਇਸ ਪਿੰਡ ਨੂੰ ਪ੍ਰਾਪਤ ਹੈ। ਪਰ ਉਸ ਦੇ ਵਿੱਚ ਹੈ ਸਭ ਤੋਂ ਜੋ ਮਹੱਤਵਪੂਰਨ ਗੱਲ ਜਾਣਨ ਵਾਲੀ ਉਹ ਇਹ ਹੈ ਕਿ ਇਸ ਪਿੰਡ ਨੂੰ ਵਰ ਦਿੱਤਾ ਗਿਆ ਸੀਗਾ ਸ਼੍ਰੀ ਗੁਰੂ ਹਰਰਾਏ ਜੀ ਵੱਲੋਂ ਕਿ ਇਸ ਪਿੰਡ ਦੇ ਸਰਬਲੋ ਦੇ ਜੋ ਬਰਤਨ ਹਨ ਉਹ ਚਾਂਦੀ ਦੇ ਭਾਅ ਵਿਕਿਆ ਕਰਨਗੇ। ਸੋ ਪਿੰਡ ਅੱਜ ਵੀ ਆਪਣੀ ਉਸ ਵਿਰਾਸਤ ਨੂੰ ਸੰਭਾਲੇ ਹੋਏ ਬੈਠਾ ਹੈ ਔਰ ਇਸ ਵੇਲੇ ਵੀ ਪਿੰਡ ਦੇ ਵਿੱਚ ਸਰਬਲੋ ਦੇ ਬਰਤਨ ਬਣਾਉਣ ਦੇ ਕਾਫੀ ਸਾਰੇ ਕਾਰੀਗਰ ਮੌਜੂਦ ਹਨ। ਹਾਲਾਂਕਿ ਜੋ ਸਾਨੂੰ ਵਸਨੀਕਾਂ ਨੇ ਦੱਸਿਆ ਕਿ ਪਹਿਲਾਂ ਨਾਲੋਂ ਘਟ ਗਿਆ ਹੈ, ਪਰ ਇਸ ਦੇ ਬਾਵਜੂਦ ਜੋ ਹੈ ਕੁਝ ਵੱਡੀਆਂ ਦੁਕਾਨਾਂ ਜੋ ਹਨ ਸਰਬਲੋ ਦੇ ਬਰਤਨਾਂ ਦੀਆਂ ਇਸ ਪਿੰਡ ਦੇ ਵਿੱਚ ਹਨ। ਸੋ ਅੱਜ ਉਹਨਾਂ ਦੇ ਵਿੱਚੋਂ ਹੀ ਅਸੀਂ ਬਾਬਾ ਨਛੱਤਰ ਸਿੰਘ ਹੁਣਾਂ ਦੀ ਜੋ ਸਰਬਲੋ ਦੇ ਬਰਤਨ ਬਣਾਉਣ ਦੀ ਦੁਕਾਨ ਹੈ ਉੱਥੇ ਆਏ ਹਾਂ, ਜਿੱਥੋਂ ਤੁਹਾਨੂੰ ਚੁੰਮਚੇ ਤੋਂ ਲੈ ਕੇ ਵੱਡੇ ਤੋਂ ਵੱਡਾ ਜਿਹੜਾ ਬਰਤਨ ਹੈ ਉਹ ਸਰਬਲੋ ਦੇ ਵਿੱਚ ਮਿਲ ਜਾਵੇਗਾ। ਸੋ ਅਸੀਂ ਪਹਿਲਾਂ ਬਾਬਾ ਨਛੱਤਰ ਸਿੰਘ ਹੁਣਾਂ ਦੇ ਨਾਲ ਗੱਲਬਾਤ ਕਰਾਂਗੇ, ਨਾਲ ਹੀ ਤੁਹਾਨੂੰ ਜਿਹੜਾ ਹੈਗਾ ਕਿਸ ਤਰ੍ਹਾਂ ਜਿਹੜਾ ਹੈ ਸਰਬਲੋ ਦੇ ਬਰਤਨ ਤਿਆਰ ਕੀਤੇ ਜਾਂਦੇ ਨੇ, ਕਿਹੜੇ ਬਰਤਨ ਜਿਹੜੇ ਨੇ ਉਹ ਤਿਆਰ ਕੀਤੇ ਜਾਂਦੇ ਨੇ ਤੇ ਕਿੰਨਾ ਕੁ ਇਹ ਜਿਹੜੇ ਬਰਤਨ ਨੇ ਵਿਕਦੇ ਨੇ ਔਰ ਕਿੰਨੀ ਕੁ ਲੋਕਾਂ ਦੇ ਵਿੱਚ ਜਿਹੜੀ ਅੱਜ ਵੀ ਦਿਲਚਸਪੀ ਹੈ ਇਹਨਾਂ ਬਰਤਨਾਂ ਨੂੰ ਵਰਤਣ ਨੂੰ ਲੈ ਕੇ तमाम ਚੀਜ਼ਾਂ ਤੋਂ ਜਾਣੂ ਕਰਵਾਵਾਂਗੇ। ਪਰ ਪਹਿਲਾਂ ਅਸੀਂ ਬਾਬਾ ਜੀ ਦਾ ਸਵਾਗਤ ਕਰਾਂਗੇ। ਜੀ ਬਾਬਾ ਜੀ ਬਹੁਤ ਸਵਾਗਤ ਵੀ ਹੈ ਤੁਹਾਡਾ ਤੇ ਤੁਸੀਂ ਇੱਕ ਹਿਸਾਬ ਦੇ ਨਾਲ ਵਧਾਈ ਦੇ ਵੀ ਪਾਤਰ ਹੋ ਕਿ ਗੁਰੂ ਸਾਹਿਬ ਨੇ ਜਿਹੜੀ ਇੱਕ ਵਿਰਾਸਤ ਤੋਰੀ ਸੀਗੀ ਕਿ ਸਰਬਲੋ ਦੇ ਬਰਤਨ, ਜਦੋਂ ਅਸੀਂ ਖਾਲਸਾ ਸਾਜਨਾ ਦੀ ਗੱਲ ਕਰਦੇ ਹਾਂ ਤੇ ਅੰਮ੍ਰਿਤ ਦੀ ਜਿਹੜੀ ਦਾਤ ਆ, ਸਰਬਲੋ ਦਾ ਜਿਹੜਾ ਬਰਤਨ ਜਿਹਦੇ ਵਿੱਚ ਅੰਮ੍ਰਿਤ ਘੋਲਿਆ ਗਿਆ ਸੀ ਜਿਸ ਬਾਟੇ ਦੇ ਵਿੱਚ, ਉਹ ਵੀ ਤੁਹਾਡੇ ਪਿੰਡ ਤੋਂ ਮੰਗਵਾਇਆ ਗਿਆ ਸੀ ਜੋ ਇਤਿਹਾਸ ਦੱਸਦਾ ਹੈ। ਸੋ ਕਾਫੀ ਮਹੱਤਵ ਰਿਹਾ ਤੇ ਅੱਜ ਵੀ ਇਸ ਵਿਰਾਸਤ ਦੇ ਨਾਲ ਜੁੜੇ ਹੋ, ਕੀ ਕਹਿਣਾ ਚਾਹੁੰਦੇ ਹੋ, ਕਿਹੜੀ ਚੀਜ਼ ਹੈ ਜਿਹਨੇ ਤੁਹਾਨੂੰ ਇਸ ਵਿਰਾਸਤ ਦੇ ਨਾਲ ਜੋੜੀ ਰੱਖਿਆ? ਹਾਂਜੀ, ਅਸੀਂ ਜੀ ਬਰਤਨ ਬਣਾਉਂਦੇ ਆ, ਇਹ ਬਾਬਾ ਜੀ ਦੇ 7ਵੀਂ ਪਾਤਸ਼ਾਹੀ ਆਦੂ ਵਰ ਦੇ ਕੇ ਗਈ ਹੈ ਵੀ ਥੋੜੇ ਸੋਨੇ ਚਾਂਦੀ ਦੇ ਭਾਅ ਵਿਕਣਗੇ ਕਿਸੇ ਮੌਕੇ ਜੀ। ਜਦ ਹੀ ਬਡਾਰੂਆਂ ਦੇ ਲੈ ਕੇ ਉਹ ਅਸੀਂ ਬਣਾਉਂਦੇ ਹਾਂ। ਮੇਰੀ ਉਮਰ 80 ਸਾਲ ਦੀ ਹੋ ਗਈ, ਮੈਂ ਹੁਣ ਥਾਈ ਬਣਾਈ ਜਾਂਦਾ ਜੀ, ਕੋਈ ਦਮ ਨਹੀਂ ਲੈਂਦਾ। ਸਾਰਾ ਦਿਨ 12 ਘੰਟੇ 10 ਘੰਟੇ ਕੰਮ ਕਰਦਾ ਆਪਣਾ ਆਰਾਮ ਕਰ ਜੀ, ਕੋਈ ਫਿਕਰ ਨਹੀਂ ਹੈ ਜੀ।
ਸੋ ਇਸ ਵੇਲੇ ਬਾਬਾ ਜੀ ਕਿਹਾ ਜਾਂਦਾ ਕਿ ਤੁਹਾਡੇ ਪਿੰਡ 'ਚ ਕਾਫੀ ਦੁਕਾਨਾਂ ਨੇ ਸਰਬ ਲੋਹ ਦੀਆਂ, ਹਾਲਾਂਕਿ ਪਹਿਲਾਂ ਤਾਂ ਬਹੁਤ ਜ਼ਿਆਦਾ ਕੰਮ ਸੀਗਾ ਪਰ ਹੁਣ ਘਟ ਗਿਆ। ਕਿੰਨੇ ਕੁ ਘਰਾਂ ਦੇ ਲੋਕ ਨੇ ਜਿਹੜੇ ਹਾਲੇ ਵੀ ਇਹਨੂੰ ਆਪਣਾ ਪਿਤਾ ਪੁਰਖੀ ਅਸੀਂ ਕਿੱਤਾ ਕਹਿ ਲਈਏ ਜਾਂ ਇਸ ਵਿਰਾਸਤ ਨੂੰ ਅੱਗੇ ਚਲਾ ਰਹੇ ਨੇ? ਹੁਣ ਤਾਂ ਸਮਾਂ ਜ਼ਿਆਦਾ ਬਣਦੇ ਆ, ਅੱਗੇ ਘੱਟ ਬਣਦੇ ਤੇ ਜੀ, ਹੁਣ ਬਹੁਤ ਬਣਦੇ ਆ। ਹੁਣ ਤਾਂ ਬਾਹਰ ਕੈਨੇਡਾ ਵਿੱਚ, ਅਮਰੀਕਾ 'ਚ, ਇੰਗਲੈਂਡ 'ਚ ਸਾਰੇ ਪਾਸੇ ਚਲੇ ਗਏ ਬਰਤਨ। ਅੱਛਾ, ਇੱਥੋਂ ਬਰਤਨ ਜਾਂਦੇ ਨੇ। ਦੁਕਾਨਾਂ ਕਿੰਨੀਆਂ ਨੇ ਇਸ ਵੇਲੇ ਪਿੰਡ? ਦੁਕਾਨਾਂ ਇੱਥੇ 4-5 ਆ ਸਾਰੀਆਂ। 4-5 ਦੁਕਾਨਾਂ ਨਹੀਂ, ਪਰ ਜਿਹੜੇ ਆਰਡਰ ਨੇ ਜਾਂ ਜਿਹੜੀ ਬਰਤਨਾਂ ਦੀ ਵਰਤੋਂ ਇਹ ਵੱਧ ਗਈ ਹੈ, ਪਹਿਲਾਂ ਘਟੀ ਸੀਗੀ? ਪਹਿਲਾਂ ਘੱਟ ਸੀ ਜੀ, ਹੁਣ ਤਾਂ ਬਹੁਤ ਜ਼ਿਆਦਾ ਵਧੀ ਵੀ ਹੈ। ਕੀ ਕਾਰਨ ਲੱਗਦਾ ਹੈ, ਪਹਿਲਾਂ ਕਿਉਂ ਘਟ ਗਈ ਸੀਗੀ? ਪਹਿਲਾਂ ਤਾਂ ਜੀ ਇਹ ਨਿਹੰਗ ਸਿੰਘੇ ਲੰਦੇ ਤੇ ਮੇਲਿਆਂ ਪਰ ਅਸੀਂ ਜਾਂਦੇ ਤੇ, ਫਤਿਹਗੜ੍ਹ ਸਾਹਿਬ, ਅਨੰਦਪੁਰ ਸਾਹਿਬ, ਵਿਸਾਖੀ ਨੂੰ ਦਮਦਮੇ ਸਾਹਿਬ, ਆ 4 ਮੇਲਿਆਂ ਨੂੰ ਜਾਂਦੇ ਤੇ। ਪਹਿਲਾਂ ਤਾਂ ਬਾ ਇੱਥੇ ਕੋਈ ਨਾ ਕੋਈ ਸਿੰਘ ਆ ਜਾਂਦਾ ਤਾ, ਉਹ ਲੈ ਜਾਂਦਾ ਤਾ। ਹੁਣ ਤਾਂ ਬਹੁਤ ਬਣਦੇ। ਹੁਣ ਤਾਂ ਮਤਲਬ ਆਮ ਲੋਕ ਵੀ ਜਿਹੜੇ ਉਹਨਾਂ ਨੇ ਵੀ ਸਰਬ ਲੋਹ ਦੇ ਬਰਤਨਾਂ ਦੀ ਜਿਹੜੀ ਵਰਤੋਂ ਆ ਉਹ ਕਰਨੀ ਸ਼ੁਰੂ ਕਰ ਦਿੱਤੀ ਹੈਗੀ। ਬਾਬਾ ਜੀ ਕਿਹੜੇ ਤੁਸੀਂ ਬਰਤਨ ਬਣਾ ਲੈਂਦੇ ਆ? ਔਰ ਮੈਨੂੰ ਇੱਥੋਂ ਪਤਾ ਲੱਗਿਆ ਕਿ ਤੁਹਾਡੀ ਕੋਈ ਖਾਸੀਅਤ ਹੈ ਕਿ ਇੱਕ ਬਰਤਨ ਇਦਾਂ ਦਾ ਜਿਹੜਾ ਤੁਸੀਂ ਹੀ ਬਣਾ ਲੈਂਦੇ ਆ, ਇਸ ਪਿੰਡ 'ਚ ਹੋਰ ਕੋਈ ਨਹੀਂ ਬਣਾ ਪਾਉਂਦਾ। ਆ ਗੜਬਾ ਦਾ ਜੀ ਹੋਰ ਨਹੀਂ ਬਣਾ ਸਕਦਾ। ਬਾਬਾ ਜੀ ਕਿਹੜੇ ਜਿਹੜੇ ਸਰਬ ਲੋਹ ਦੇ ਬਰਤਨ ਨੇ ਤੁਹਾਡੀ ਇਸ ਦੁਕਾਨ ਦੇ ਵਿੱਚ ਬਣਦੇ ਨੇ? ਕੜਾਹੇ ਵੀ ਬਣਦੇ ਆ, ਕੜਾਹੀਆਂ ਬਣਦੀਆਂ ਛੋਟੀਆਂ, ਗੜਬਾ ਬਾਟਾ ਬਣਦਾ ਜੀ, ਚਮਚਾ ਤੋਂ ਲੈ ਕੇ ਕੜਛੀ ਬਣਦੀ ਹੈ, ਸਭ ਬਰਤਨ ਬਣਦੇ ਜਿਹੜੇ ਆਮ ਆਪਣੇ ਘਰਾਂ ਵਿੱਚ ਵਰਤਣੇ ਵਾਲੇ ਆ। ਅੱਛਾ, ਹਾਂ। ਤੇ ਤੁਸੀਂ ਜਿਹੜਾ ਇਹ ਕੰਮ ਸਿੱਖਿਆ ਸੀਗਾ, ਕਿਉਂਕਿ ਕਾਫੀ ਕਾਰੀਗਰੀ ਵਾਲਾ ਕੰਮ ਹੈ, ਤੇ ਤੁਹਾਡੇ ਪਿਤਾ ਜੀ ਦੇ ਕੋਲੋਂ ਤੁਸੀਂ ਸਿੱਖਿਆ ਸੀ? ਸਾਡਾ ਬਾਪ ਵੀ ਕਰਦਾ ਤਾ ਕੰਮ, ਬਾਬਾ ਵੀ ਕਰਦਾ ਤਾ ਜੀ, ਆਹੀ ਕੰਮ। ਅੱਛਾ, ਸੋ ਹੁਣ ਅੱਗੇ ਜਿਹੜੇ ਤੁਹਾਡੇ ਪੁੱਤਰ ਨੇ ਜਾਂ ਤੁਹਾਡੇ ਅੱਗੇ ਪੋਤੇ ਜਿਹੜੇ ਨੇ, ਉਹਨਾਂ ਦਾ ਕੀ ਇਸ ਕੰਮ ਵੱਲ ਦਿਲਚਸਪੀ ਹੈਗੀ ਹੈ? ਹਾਂ, ਉਹ ਆਪ ਮੁੰਡਾ ਹੈ, ਆਪ ਭਤੀਜਾ ਹੈ, ਆਪ ਪੋਤਾ ਵੀ ਕੰਮ ਕਰਦਾ ਹੈ। ਅੱਛਾ, ਹਾਂਜੀ। ਸੋ ਮਤਲਬ ਇੱਕ ਵਾਰੀ ਜਿਹੜੇ ਫੇਰ ਤੋਂ ਜਿਹੜੇ ਤੁਹਾਡੇ ਪਰਿਵਾਰ ਇਸ ਵਿਰਾਸਤ ਵੱਲ ਨੂੰ ਜਿਹੜੇ ਹੈਗੇ ਜੁੜੇ ਨੇ ਸਰਬ ਲੋਹ ਦੇ ਬਰਤਨਾਂ ਵੱਲ ਨੂੰ? ਹਾਂਜੀ, ਸਾਨੂੰ ਤਾਂ ਮੈਂ ਤਾਂ ਜੀ ਐਸੀ ਮੈਂ ਕੌਲੀਆਂ 2 ਰੱਖੀਆਂ ਵੀਆਂ, ਮੈਨੂੰ ਬਿਮਾਰੀ ਜੀ ਹੋ ਗਈ ਜੀ, ਦੌਰਾ ਜਿਹਾ ਪੈ ਗਿਆ ਤਾਂ ਬਾਬਾ ਆਪਣਾ ਉਹਨਾਂ ਬਾਈ ਰੋਟੀ ਖਾਂਦਾ, ਕੋਈ ਗੱਲ ਨਹੀਂ ਹੋਈ ਜਾਤੇ ਬਾਅਦ। ਅੱਛਾ, ਸੋ ਆਪ ਵੀ ਤੁਸੀਂ ਹੁਣ ਸਰਬ ਲੋਹ ਦੇ ਜਿਹੜੇ ਬਰਤਨ ਆ ਉਹੀ ਵਰਤਦੇ ਆ। ਥੋੜਾ ਜਿਹਾ ਇਹ ਦੱਸੋ ਕਿ ਕਿੱਥੋਂ ਤੁਸੀਂ ਲੋਹਾ ਲੈ ਕੇ ਆਉਂਦੇ ਆ ਤੇ ਕਿੱਦਾਂ ਜਿਹੜਾ ਹੈਗਾ ਕਿ ਕਿੰਨੀ ਕੁ ਜਿਹੜੀ ਮਿਹਨਤ ਲੱਗਣ ਤੋਂ ਬਾਅਦ ਇੱਕ ਬਰਤਨ ਤਿਆਰ ਹੁੰਦਾ ਹੈ? ਉਹ ਲੋਹਾ ਦਾ ਜੀ ਲੁਧਿਆਣੇ ਦੇ ਲਿਆਉਂਦੇ ਹੁਣ, ਉੱਥੇ ਸਭ ਮੇਲ ਦਾ ਲੋਹਾ ਮਿਲਦਾ, ਕੋਈ ਮੋਟਾ ਲਓ, ਪਤਲਾ ਲਓ, ਜਿਹੜਾ ਜਿਹਾ ਮਰਜ਼ੀ ਲਓ, ਜਿੰਨਾ ਬੜਾ ਛੋਟਾ ਵੱਡਿਆ ਵੱਲ ਲੈਣਾ ਉਹ ਵੀ ਮਿਲਦਾ ਹੈ। ਬਾਬਾ ਜੀ ਇਹਨਾਂ ਨੂੰ ਜਿਵੇਂ ਸਰਬ ਲੋਹ ਦੇ ਬਰਤਨ ਕਿਹਾ ਜਾਂਦਾ ਹੈ, ਤੇ ਇਹ ਸਰਬ ਲੋਹ ਦਾ ਮਤਲਬ ਕੀ ਹੈ? ਇਹ ਤਾਂ ਜੀ ਮਹਾਰਾਜ ਨੇ ਉਹ ਬਣਾਇਆ ਵਾ, ਇਹ ਲੋਹਾ ਦਾ ਇੱਕੋ ਹੈ ਜੀ। ਸੋ ਪੂਰਾ ਪਿਓਰ ਲੋਹਾ ਜਿਹੜਾ ਤੁਸੀਂ ਲੈਂਦੇ ਆ, ਪਾ ਕੇ ਬਣਾਉਂਦੇ ਅਸੀਂ, ਫਿਰ ਬਣਦਾ ਸਰਬ ਲੋਹ ਜੀ, ਗਰਮ ਕਰੇ ਬਿਨਾ ਬਣਦਾ ਨਹੀਂ। ਅੱਛਾ, ਹਾਂ। ਸੋ ਬਾਬਾ ਨਛੱਤਰ ਸਿੰਘ ਜੀ ਨੇ ਜਿਵੇਂ ਦੱਸਿਆ ਕਿ ਪਿਓਰ ਜਿਹੜਾ ਲੋਹਾ ਆ ਕੋਸ਼ਿਸ਼ ਕੀਤੀ ਜਾਂਦੀ ਕਿ ਉਹਦੀ ਵਰਤੋਂ ਕਰਕੇ ਬਰਤਨ ਜਿਹੜਾ ਤਿਆਰ ਕੀਤਾ ਜਾਏ, ਤਾਂ ਹੀ ਉਹਨੂੰ ਸਰਬ ਲੋਹ ਦਾ ਬਰਤਨ ਕਿਹਾ ਜਾਂਦਾ। ਸੋ ਬਾਬਾ ਜੀ ਹੁਣ 80 ਸਾਲਾਂ ਦੇ ਕਰੀਬ ਨੇ, ਤਾਂ ਸਪਸ਼ਟ ਜਿਹੜੀ ਪੂਰੀ ਗੱਲਬਾਤ ਆ ਉਹ ਜਿਹੜੀ ਆ ਸਾਡੇ ਤੱਕ ਨਹੀਂ ਪਹੁੰਚਾ ਪਾ ਰਹੇ। ਸੋ ਆਪਾਂ ਕੋਸ਼ਿਸ਼ ਕਰਦੇ ਹਾਂ, ਅੰਦਰ ਹੋਰ ਵੀ ਕਾਰੀਗਰ ਸ਼ਾਇਦ ਉਹਨਾਂ ਦੇ ਪੁੱਤਰ ਲੱਗੇ ਹੋਏ ਨੇ, ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰਾਂਗੇ। ਇੱਧਰ ਤੁਸੀਂ ਦੇਖ ਸਕਦੇ ਹੋ ਇੱਕ ਗੁਰੂ ਕੇ ਸਿੱਖ ਜਿਹੜੇ ਨੇ ਉਹ ਵੀ ਆ ਕੇ ਜਿਹੜੇ ਹੈਗੇ ਬਾਟੇ ਲੈਣ ਦੇ ਲਈ ਆਏ ਨੇ, ਇਹਨਾਂ ਨਾਲ ਵੀ ਗੱਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ। ਕਿਹੜੀ ਥਾਂ ਤੋਂ ਆਏ ਹੋ? ਮੈਂ ਬੇਸਿਕਲੀ ਕੁਰਾਲੀ ਤੋਂ ਜੀ। ਕੁਰਾਲੀ ਤੋਂ ਆਏ ਹੋ। ਸੋ ਸਰਬ ਲੋਹ ਦੇ ਬਰਤਨ ਲੈਣ ਦੇ ਲਈ ਆਏ ਹੋ, ਤੇ ਕਿਉਂ ਤੁਹਾਨੂੰ ਲੱਗਾ ਵੀ ਤੁਹਾਨੂੰ ਇਹ ਬਰਤਨ ਖਰੀਦਣੇ ਚਾਹੀਦੇ? ਬਹੁਤ ਰੀਜ਼ਨ ਹੈ ਜੀ, ਪਰ ਮੇਨਲੀ ਮੈਂ ਤੁਹਾਨੂੰ 2-3 ਰੀਜ਼ਨ ਹੈ ਨਾ ਐਕਸਪਲੇਨ ਕਰ ਦਿੰਦਾ। ਫਸਟ ਆਫ ਆਲ ਤਾਂ ਹੈ ਨਾ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪਿਆਰ ਹੈਗਾ ਸਭ ਤੋਂ ਪਹਿਲੀ ਗੱਲ। ਜਦੋਂ ਖਾਲਸੇ ਦਾ ਜਨਮ ਹੁੰਦਾ ਹੈ ਤਾਂ ਉਹ ਸਰਬ ਲੋਹ ਦੇ ਬਰਤਨ ਦੇ, ਸਰਬ ਲੋਹ ਦੇ ਭਾਂਡੇ ਵਿੱਚ, ਸਰਬ ਲੋਹ ਦੇ ਬਾਟੇ ਦੇ ਵਿੱਚ ਹੁੰਦਾ ਹੈ। ਤਾਂ ਇਸ ਕਰਕੇ ਜਦੋਂ ਜੋ ਖਾਲਸੇ ਦਾ ਜਨਮ ਹੀ ਗੁਰੂ ਸਾਹਿਬ ਸਰਬ ਲੋਹ ਦੇ ਬਾਟੇ ਦੇ ਵਿੱਚੋਂ ਦੇ ਰਹੇ ਨੇ, ਤਾਂ ਫਿਰ ਅੱਗੇ ਰੂਟੀਨ ਵੀ ਸਾਨੂੰ ਬਟ ਆਬਵੀਅਸ ਹੈ ਬਣਦਾ ਹੈ ਕਿ ਅਸੀਂ ਸਰਬ ਲੋਹ ਦੇ ਭਾਂਡੇ ਹੀ ਯੂਜ਼ ਕਰੀਏ। ਔਰ ਸੈਕਿੰਡ ਥਿੰਗ ਕਿ ਸਾਨੂੰ ਬਹੁਤ ਬਿਮਾਰੀਆਂ ਤੋਂ ਸਰਬ ਲੋਹ ਦਾ ਬਰਤਨ ਬਚਾ ਕੇ ਰੱਖਦਾ ਹੈ। ਵੀ ਕੈਨ ਸੇ ਕਿ ਜਿਹੜੀ ਆਇਰਨ ਦੀ ਕਮੀ ਹੈ ਉਹ ਨਹੀਂ ਆਉਂਦੀ ਅਗਰ ਤੁਸੀਂ ਆਇਰਨ ਦੇ ਭਾਂਡਿਆਂ ਦੇ ਵਿੱਚ, ਸਰਬ ਲੋਹ ਦੇ ਭਾਂਡਿਆਂ ਦੇ ਵਿੱਚ ਯੂਜ਼ ਕਰਦੇ ਆ। ਤੇ ਸਭ ਤੋਂ ਵੱਡੀ ਗੱਲ ਹੈ ਗੁਰੂ ਸਾਹਿਬ ਦਾ ਪਿਆਰ ਹੈ। ਜਦੋਂ ਗੁਰੂ ਵੱਲ ਹੈ ਤਾਂ ਫਿਰ ਜਾਮ ਗੁਰੂ ਹੋਏ ਵੱਲ ਲੱਖ ਬਾਏ ਕਿਆ ਕੀਜੇ, ਹੈ ਨਾ। ਜੇ ਗੁਰੂ ਵੱਲ ਹੈ ਤਾਂ ਫਿਰ ਕੋਈ ਕੁਝ ਨਹੀਂ ਕਰ ਸਕਦਾ। ਇਹਦੇ ਵਿੱਚ ਗੁਰੂ ਸਾਹਿਬ ਦਾ ਪਿਆਰ ਹੈ ਜੀ। ਸੋ ਗੁਰੂ ਸਾਹਿਬ ਦੇ ਉਸ ਉਪਦੇਸ਼ ਨੇ ਜਿਹੜਾ ਤੁਹਾਨੂੰ ਪ੍ਰੇਰਿਆ, ਔਰ ਅੱਜ ਤੁਸੀਂ ਇਤਿਹਾਸਿਕ ਪਿੰਡ ਦੇ ਵਿੱਚੋਂ ਜਿਹੜਾ ਹੈਗਾ ਸਰਬ ਲੋਹ ਦਾ ਬਰਤਨ ਲੈਣ ਆਏ ਹੋ। ਇੱਥੋਂ ਦੇ ਇਤਿਹਾਸ ਦੇ ਬਾਬਤ ਤੁਹਾਨੂੰ ਕੀ ਜਾਣਕਾਰੀ ਹੈ? ਹਾਂ, ਜਿੱਥੇ ਤੱਕ ਮੈਨੂੰ ਪਤਾ ਇੱਥੇ 2 ਪਾਤਸ਼ਾਹੀਆਂ ਆਈਆਂ ਨੇ ਜੀ। 7ਵੇਂ ਪਾਤਸ਼ਾਹ ਗੁਰੂ ਹਰਿਰਾਏ ਪਾਤਸ਼ਾਹ ਆਏ ਨੇ,
ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਆਏ ਇੱਥੇ। ਗੁਰਦੁਆਰੇ ਸਾਹਿਬ ਵੀ ਹੈਗੇ ਨੇ, ਇੱਕ ਬਾਹਰ ਆਊਟਰ ਤੇ ਹੈਗਾ, ਇੱਕ ਇਨਸਾਈਡ ਹੈਗਾ ਪਿੰਡ ਦੇ। ਤੇ ਇੱਕ ਹੋਰ ਵੱਡੀ ਗੱਲ ਹੈਗੀ ਹੈ, ਇਹ ਪਿੰਡ ਮੇਰੇ ਖਿਆਲ ਇੰਡੀਆ ਦਾ ਸਭ ਤੋਂ ਲਾਰਜੈਸਟ ਪਿੰਡ ਹੈਗਾ ਜੀ। ਤੇ ਇੱਕ ਇਹ ਵੀ ਇਸ ਪਿੰਡ ਦੇ ਪਲੱਸ ਪੁਆਇੰਟ ਹੈਗਾ ਜੀ। ਸੋ ਬਹੁਤ ਬਹੁਤ ਧੰਨਵਾਦ। ਸੋ ਇਹ ਵੀਰ ਜੀ ਹੈਗੇ ਨੇ ਜੋ ਅੱਜ ਇੱਥੋਂ ਸਰਬ ਲੋਹ ਦੇ ਬਰਤਨ ਲੈਣ ਲਈ ਆਏ ਨੇ। ਸੋ ਜ਼ਿਆਦਾਤਰ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਜਾਂ ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ਜਿਹੜੀਆਂ ਨੇ ਉਹ ਆ ਕੇ ਇੱਥੋਂ ਸਰਬ ਲੋਹ ਦੇ ਬਰਤਨ ਲੈ ਕੇ ਜਾਂਦੇ ਨੇ। ਇੱਧਰ ਬਾਬਾ ਜੀ ਦੇਖ ਸਕਦੇ ਹੋ ਤੁਸੀਂ, ਬਹੁਤ ਵੱਡੇ ਆਈ ਥਿੰਕ ਕੜਾਹੇ ਤੇ ਕੰਮ ਕਰ ਰਹੇ ਹੈਗੇ। ਬਾਬਾ ਜੀ ਤੁਹਾਨੂੰ ਕਿੰਨਾ ਕੁ ਸਮਾਂ ਹੋ ਗਿਆ ਇਹ ਕੰਮ ਕਰਦੇ ਹੋਏ? ਮੈਨੂੰ 40 ਸਾਲ ਹੋ ਗਏ ਜੀ। 40 ਸਾਲ ਹੋ ਗਏ। ਤੇ ਕੀ ਤੁਹਾਡਾ ਕੰਮ ਹੈ? ਮੇਰੇ ਖਿਆਲ ਨਾਲ ਤੁਸੀਂ ਬਿਲਡਿੰਗ ਜਿਹੜੀ ਹੈ ਬਿਲਡਿੰਗ ਦਾ ਕਰਦਾ ਜੀ, ਗੈਸ ਦਾ ਕਰਦਾ। ਹਾਂ ਜੀ। ਜੀ। ਸੋ ਇਹ ਤੁਸੀਂ ਕੀ ਬਣਾ ਰਹੇ ਆ? ਇਹ ਕੜਾਹਾ ਹੈ ਜੀ। ਕੜਾਹਾ ਬਣਾ ਰਹੇ ਹੈਗੇ ਆ। ਇਹ ਕਿਸੇ ਗੁਰੂ ਘਰ ਦੇ ਵਿੱਚ ਜਾਏਗਾ? ਇਹ ਹਜੂਰ ਸਾਹਿਬ ਜਾਣਾ। ਹਜੂਰ ਸਾਹਿਬ ਜਾਏਗਾ ਜੀ। ਸੋ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਜਿਹੜੇ ਕਾਰੀਗਰ ਨੇ ਉਹ ਜਿਹੜੇ ਨੇ ਉਹ ਇੱਥੇ ਕੰਮ ਕਰਦੇ ਨੇ। ਹਾਲਾਂਕਿ ਇਹ ਸਾਰਾ ਦਿਨ ਜਿਹੜਾ ਹੈਗਾ ਬਿਲਡਿੰਗ ਦਾ ਕੰਮ ਕਰਨਾ ਕਾਫੀ ਰਿਸਕੀ ਰਹਿੰਦਾ ਆ, ਪਰ ਆਪਣੀ ਵਿਰਾਸਤ ਨੂੰ ਅੱਗੇ ਤੋਰਨ ਦੇ ਲਈ ਲਗਾਤਾਰ ਇਹਨਾਂ ਵੱਲੋਂ ਕੰਮ ਕੀਤਾ ਜਾ ਰਿਹਾ। ਸੋ ਇੱਧਰ ਦੋ ਬਾਬਾ ਜੀ ਹੁਣੀ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਜੀ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਂ ਹੈ ਤੁਹਾਡਾ? ਜੀ ਸਰ, ਮੇਰਾ ਨਾਮ ਹਰਦੀਪ ਸਿੰਘ ਹੈ ਜੀ। ਜੀ। ਹਾਂਜੀ। ਸੋ ਤੁਸੀਂ ਵੀ ਆਪਣਾ ਪਿਤਾ ਪੁਰਖੀ ਜੋ ਕਿੱਤਾ ਹੈ ਇਹਦੇ ਵਿੱਚ ਚੱਲਦੇ ਹੋਏ ਤੁਸੀਂ ਇਸ ਕੰਮ ਦੇ ਵਿੱਚ ਲੱਗੇ ਹੋ, ਔਰ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਤੁਸੀਂ ਉਹਨਾਂ ਦੇ ਭਤੀਜੇ ਵੀ ਹੈਗੇ ਆ। ਕਿਵੇਂ ਲੱਗਦਾ ਤੁਸੀਂ ਇਸ ਵਿਰਾਸਤ ਨੂੰ ਅੱਗੇ ਤੋਰ ਰਹੇ ਆ? ਮੈਨੂੰ ਤਾਂ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਇਹ ਕੰਮ ਕਰਕੇ, ਕਿਉਂਕਿ ਜੋ ਆਪਣਾ ਕਿੱਤਾ ਹੈ ਨਾ ਉਹੀ ਬੰਦੇ ਨੂੰ ਅੱਗੇ ਕਾਮਯਾਬੀ ਪ੍ਰਦਾਨ ਕਰਦਾ। ਜੀ ਜੀ। ਜੋ ਆਪਣਾ ਕਿੱਤਾ ਹੈ ਨਾ ਉਹੀ ਅੱਗੇ ਕਾਮਯਾਬੀ ਪ੍ਰਦਾਨ ਕਰਦਾ। ਮੈਨੂੰ ਬੜੀ ਖੁਸ਼ੀ ਹੈ ਕੰਮ ਕਰਕੇ, ਮੈਂ ਬਹੁਤ ਸੰਤੁਸ਼ਟ ਹਾਂ ਇਸ ਕੰਮ 'ਚ। ਜੀ। ਜਿਵੇਂ ਅਸੀਂ ਹੁਣੇ ਉਹ ਕਾਰੀਗਰ ਜਿਹੜੇ ਸੀਗੇ ਉਹਨਾਂ ਨਾਲ ਗੱਲ ਕੀਤੀ, ਉਹ ਕਹਿ ਰਹੇ ਸੀ ਕਿ ਵੱਡੇ ਕੜਾਹੇ ਬਣ ਰਹੇ ਆ ਜੋ ਕਿ ਸ਼੍ਰੀ ਹਜ਼ੂਰ ਸਾਹਿਬ ਜਾਣਗੇ ਲੰਗਰ ਦੇ ਵਿੱਚ ਜਾ ਕੇ। ਜਦੋਂ ਇਦਾਂ ਦੇ ਇਤਿਹਾਸਿਕ ਸਥਾਨਾਂ ਦੇ ਲਈ ਤੁਸੀਂ ਕੰਮ ਕਰਦੇ ਆ ਤਦ ਕਿਵੇਂ ਲੱਗਦਾ ਹੈ? ਮੈਂ ਖੁਸ਼ੀ ਸੰਭਾਲੀ ਨਹੀਂ ਜਾਂਦੀ ਜੀ। ਇੰਨਾ ਮਤਲਬ ਖੁਸ਼ੀ ਹੋ ਜਾਂਦੀ ਹੈ ਕਿ ਚਾਹ ਚੜ੍ਹ ਜਾਂਦਾ ਜਦੋਂ ਮਹਾਂਪੁਰਖ ਕਥੇ ਚਰਨ ਪਾਉਂਦੇ ਆ ਨਾ ਆ ਕੇ, ਅਸੀਂ ਗਦਗਦ ਹੋ ਜਾਂਦੇ ਬੀਬੀ। ਯਾਨੀ ਬੱਚੇ ਵੀ ਸਾਡੇ ਗਦਗਦ ਹੋ ਜਾਂਦੇ। ਆਸ਼ੀਰਵਾਦ ਹੈ ਮਹਾਰਾਜ ਦਾ, ਇਹ ਮਹਾਂਪੁਰਖਾਂ ਦਾ ਆਸ਼ੀਰਵਾਦ ਹੈ ਜੀ। ਉਹਦੇ ਸਾਰੇ ਚੱਲੇ ਗਏ ਸੀ। ਜੀ ਜੀ ਜੀ। ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਪੂਰਾ ਪਰਿਵਾਰ ਹੈ ਜੋ ਆਪਣੀ ਵਿਰਾਸਤ ਦੇ ਵਿੱਚ ਲੱਗਾ ਹੋਇਆ। ਇੱਧਰ ਇਹਨਾਂ ਦੇ ਜੋ ਭਰਾ ਨੇ ਔਰ ਬਾਬਾ ਨਛੱਤਰ ਸਿੰਘ ਉਹਨਾਂ ਦੇ ਪੁੱਤਰ ਨੇ, ਉਹਨਾਂ ਦੇ ਨਾਲ ਵੀ ਗੱਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਂ ਹੈ ਆਪ ਦਾ ਬਾਬਾ ਜੀ? ਮੇਰਾ ਜੀ ਬਲਵੀਰ ਸਿੰਘ ਹੈ ਜੀ। ਜੀ। ਸੋ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਇੱਥੇ ਤੁਸੀਂ ਕੰਮ ਕਰ ਰਹੇ ਹੈਗੇ, ਕੀ ਕਿੱਥੋਂ ਲੋਹਾ ਲੈ ਕੇ ਆਇਆ ਜਾਂਦਾ ਹੈ? ਕੀ ਪ੍ਰੋਸੈਸ ਕਰਕੇ ਜਿਹੜਾ ਬਰਤਨ ਆ ਉਹ ਇੱਥੇ ਤਿਆਰ ਕੀਤਾ ਜਾਂਦਾ ਹੈ? ਇੱਥੇ ਜੀ ਚਮਚੇ ਤੋਂ ਅਸੀਂ ਲੁਧਿਆਣਾ ਤੋਂ ਹੀ ਮਾਲ ਲੈ ਕੇ ਆਉਂਦੇ ਜੀ, ਸ਼ੀਟਾਂ। ਉਸ ਤੋਂ ਬਾਅਦ ਕਟਿੰਗ ਕਰਕੇ ਅਸੀਂ ਚਮਚੇ ਤੋਂ ਲੈ ਕੇ ਰਸੋਈ ਦੇ ਸਾਰੇ ਬਰਤਨ ਬਣਦੇ ਜੀ ਇੱਥੇ ਜੀ। ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡੇ ਤੱਕ ਜੀ। ਅੱਛਾ ਹਾਂਜੀ ਜੀ। ਸੋ ਸਾਰੇ ਜਿਹੜੇ ਬਰਤਨ ਤੇ ਇਸ ਵੇਲੇ ਕਿੱਦਾਂ ਦੀ ਡਿਮਾਂਡ ਹੈ? ਕਿਉਂਕਿ ਅੱਜ ਕੱਲ ਬਹੁਤ ਤਰ੍ਹਾਂ ਦੇ ਹੋਰ ਅੱਗੇ ਸਟੇਨਲੈਸ ਸਟੀਲ 'ਚ ਬਰਤਨ ਆਉਣ ਲੱਗ ਗਏ, ਪਾਲਿਸ਼ ਵਾਲੇ ਤਾਂਬੇ ਦੀ ਪਾਲਿਸ਼ ਵਾਲੇ ਬਰਤਨ ਜਿਹੜੇ ਨੇ ਮਾਰਕੀਟ 'ਚ ਮੌਲਾਂ ਦੇ ਵਿੱਚ ਮਿਲਣ ਲੱਗ ਗਏ। ਸਟੀਲ ਦੇ ਭਾਂਡਿਆਂ ਨੇ ਤਾਂ ਬਹੁਤ ਵੱਡੀ ਥਾਂ ਰਸੋਈ ਦੇ ਵਿੱਚ ਲੈ ਲਈ ਹੈ। ਸੋ ਅਜਿਹੇ ਦੇ ਵਿੱਚ ਤੁਹਾਡਾ ਜਿਹੜਾ ਇਹ ਸਰਬ ਲੋਹ ਦੇ ਬਰਤਨਾਂ ਦਾ ਜਿਹੜਾ ਕਾਰੋਬਾਰ ਹੈ ਇਹਦੇ ਤੇ ਕਿੰਨਾ ਕੁ ਅਸਰ ਹੋਇਆ ਜਾਂ ਇਹਦੇ ਤੇ ਕੀ ਫਰਕ ਪਿਆ? ਇਹ ਤੇ 100% ਹੀ ਬਿਮਾਰੀ ਨਹੀਂ ਲੱਗਦੀ ਹੈ ਜੀ। ਬਾਕੀ ਅਦਰਵਾਈਜ਼ ਆਪਣਾ ਆਇਰਨ ਦੀ ਕਮੀ ਨਹੀਂ ਆਊਗੀ ਕਦੇ ਵੀ। ਅੱਜ ਤੱਕ ਅਸੀਂ ਹਲੇ ਆਪਣੇ ਟੈਟਨਸ ਦਾ ਟੀਕਾ ਨਹੀਂ ਲਵਾ ਸਕੇ ਜੀ ਜੀ ਜੀ। ਕਿਉਂਕਿ ਸਾਡੇ ਹੱਥਾਂ ਦੇ ਰੋਮਾਂ ਰਾਹੀਂ ਕੁਦਰਤੀ ਆਇਰਨ ਹੈ ਜਿਹੜਾ ਅੰਦਰ ਜਾ ਰਿਹਾ ਜੀ। ਜੋ ਤੁਸੀਂ ਜਿਹੜਾ ਕੰਮ ਕਰਦੇ ਆ ਉਹਦੇ ਹਾਂਜੀ ਹਾਂਜੀ। ਗਰਮੀ ਆ ਜਾਂਦੀ ਹੈ ਹੱਥਾਂ ਨੂੰ ਹੀ, ਉਹਦੇ ਨਾਲ ਹੀ ਆਇਰਨ ਅੰਦਰ ਚਲ ਜਾਂਦਾ ਜੀ। ਨਹੀਂ ਤਾਂ ਫਿਰ ਸਾਨੂੰ ਅੱਜ ਤੱਕ ਤਾਂ ਕੋਈ ਤਕਰੀਬਨ ਸਾਨੂੰ ਕੋਈ ਨਾ ਕੋਈ ਬਿਮਾਰੀ ਹੈ ਨਾ ਸਾਨੂੰ ਕੋਈ ਡਿਫੀਕਲਟੀ ਹੈ। ਔਰ ਜਿੱਦਾਂ ਕਿ ਆਮ ਕਰਕੇ ਨਿਹੰਗ ਸਿੰਘ ਹਨ, ਕਦੇ ਅਸੀਂ ਅੱਜ ਤੱਕ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਲੱਗੀ ਵੀ ਦੇਖੀ ਹੈ ਜੀ। ਆਮ ਤੌਰ ਤੇ ਉਹ ਡੇਲੀ ਉਹਨਾਂ ਨੇ ਇਹਦੇ ਵਿੱਚ ਹੀ ਹਰ ਟਾਈਮ ਜਲ ਪਾਣੀ ਜੋ ਵੀ ਛਕਣਾ ਪ੍ਰਸ਼ਾਦਾ ਇਹਦੇ ਵਿੱਚ ਹੀ ਛਕਦੇ ਹਨ ਜੀ ਉਹ। ਬਿਲਕੁਲ ਬਿਲਕੁਲ। ਅਸੀਂ ਵੀ ਜਦੋਂ ਦੇਖਦੇ ਹਾਂ ਕਿ ਨਿਹੰਗ ਸਿੰਘ ਜਦੋਂ ਗੱਤਕੇ ਦੇ ਕਰਤੱਵ ਦਿਖਾਉਂਦੇ ਨੇ ਤੇ ਉਹ ਬਹੁਤ ਹੀ ਜ਼ਿਆਦਾ ਜਿਹੜਾ ਸਾਨੂੰ ਅਸੀਂ ਕਹਿ ਸਕਦੇ ਹਾਂ ਕਿ ਫੁਰਤੀਲੇ ਨਜ਼ਰ ਆਉਂਦੇ ਨੇ। ਉਹਦਾ ਕਾਰਨ ਹੀ ਹੈ ਕਿ ਸਰਬ ਲੋਹ ਦੇ ਬਰਤਨ ਦੇ ਵਿੱਚ ਉਹਨਾਂ ਦਾ ਜਿਹੜਾ ਖਾਣਾ ਬਣਦਾ ਆ ਉਸੇ ਦੇ ਵਿੱਚ ਪਰੋਸਿਆ ਜਾਂਦਾ ਆ। ਸੋ ਉਹਦੇ ਕਰਕੇ ਜਿਹੜਾ ਹੈਗਾ ਉਹਨਾਂ ਦੇ ਖਾਣ ਪਾਣ ਚੰਗੇ ਹੋਣ ਦੇ ਕਰਕੇ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਵੀ ਚੰਗੀ ਰਹਿੰਦੀ ਹੈ। ਸੋ ਬਾਬਾ ਜੀ ਤੁਹਾਡੇ ਵੱਲ ਅਸੀਂ ਆਉਣਾ ਚਾਹਾਂਗੇ। ਜਿਵੇਂ ਤੁਹਾਡਾ ਪਿੰਡ ਦੇ ਵਿੱਚ ਹੀ ਇਹ ਲੋਹੇ ਦਾ ਕਾਰੋਬਾਰ ਅਸੀਂ ਕਹਿ ਸਕਦੇ ਹਾਂ ਜਾਂ ਸਰਬ ਲੋਹ ਦੇ ਬਰਤਨਾਂ ਦਾ ਜਿਹੜਾ ਕੰਮ ਹੈ ਚੱਲਦਾ ਆ, ਪਿੰਡ ਦੇ ਲੋਕ ਜਿਹੜੇ ਨੇ ਕੀ ਉਹ ਵੀ ਆਪਣੇ ਘਰਾਂ ਦੇ ਵਿੱਚ ਸਰਬ ਲੋਹ ਦੇ ਬਰਤਨਾਂ ਦੀ ਵਰਤੋਂ ਕਰਦੇ ਨੇ? ਹਾਂਜੀ ਵਰਤਦੇ ਆ ਜੀ। ਆਟਾ ਗੁੰਨਣ ਵਾਲੀਆਂ ਪਰਾਤਾਂ ਹੈ ਜੀ, ਉਹ ਆਮ ਘਰ ਵਿੱਚ ਤੁਹਾਨੂੰ ਮਿਲੇਗੀ ਆਪਣੇ ਸੈਪਰੇਟ ਕੜੂਆਂ ਵਿੱਚ ਜੀ। ਆਟਾ ਗੁੰਨਣ ਵਾਲੀ ਪਰਾਤ। ਅੱਛਾ। ਹਾਂਜੀ। ਆਪਣੇ ਫਰਾਈ ਵੀਨ ਆ ਤੜਕਾ ਲਾਉਣ ਵਾਲੇ, ਅੱਛਾ, ਉਹ ਵੀ ਤੁਹਾਨੂੰ ਆਮ ਘਰਾਂ 'ਚ ਮਿਲਣਗੇ। ਹਾਂਜੀ ਫਰਾਈ ਵੀਨ ਤੇ ਕੜਾਹੀਆਂ ਜਿੱਦਾਂ ਆਪਣੇ ਬੀਬੀਆਂ ਘੀ ਰਲਾਉਣੀ ਹੈ, ਦੇਸੀ ਘੀ ਰਲਾਉਣੀ ਹੈ ਖਾਣ ਵਾਸਤੇ ਜੀ, ਉਹ ਕੜਾਹੀਆਂ ਸਾਡੀਆਂ ਸਾਰੇ ਪਿੰਡਾਂ ਵਿੱਚ ਆਮ ਵਿਕਦੀਆਂ
ਅੱਛਾ, ਪਿੰਡਾਂ ਦੇ ਵਿੱਚ ਵੀ ਜਿਹੜੀਆਂ ਹੈਗੀਆਂ ਉਹ ਵਿਕਦੀਆਂ ਹੈਗੀਆਂ। ਬਿਲਕੁਲ ਜੀ ਬਿਲਕੁਲ। ਤੇ ਮਤਲਬ ਹੁਣ ਜਿਹੜਾ ਹੈਗਾ ਲੋਕ ਜਿਹੜੇ ਇਸ ਚੀਜ਼ ਨੂੰ ਲੈ ਕੇ ਜਾਗਰੂਕ ਹੋਏ ਆ, ਇਹਦਾ ਕੀ ਕਾਰਨ ਮੰਨਦੇ? ਕਾਰਨ ਇੱਦਾਂ ਜੀ, ਜਦੋਂ ਇਹ ਆਪਣੇ ਪ੍ਰਧਾਨ ਬਡੂੰਗਰ ਸਾਹਿਬ ਜੀ ਆਏ ਆ ਨਾ ਸ਼੍ਰੋਮਣੀ ਕਮੇਟੀ ਦੇ, ਤੇ ਉਹਨਾਂ ਨੂੰ ਪਤਾ ਲੱਗਿਆ, ਉਹ ਇੱਥੇ ਆਏ, ਉਹਨਾਂ ਨੇ ਸਾਡੀ ਇੰਟਰਵਿਊ ਲਿੱਤੀ, ਸਾਨੂੰ ਲੈ ਕੇ ਕੀਰਤਪੁਰ ਸਾਹਿਬ ਹਰਿਆ ਸਾਹਿਬ ਦੇ ਜਨਮ ਦਿਨ ਤੇ ਉੱਥੇ ਜਦੋਂ ਪ੍ਰਚਾਰ ਕਰਿਆ ਉਹਨਾਂ ਨੇ, ਫਿਰ ਉਸ ਕਰਕੇ ਫਿਰ ਇੱਕਦਮ ਲਹਿਰ ਹੀ ਉੱਠ ਖੜੀ ਅੱਛਾ ਆਮ ਲੋਕਾਂ ਵਿੱਚ। ਪਹਿਲਾਂ ਤਾਂ ਦੇਖੋ ਕੇਵਲ ਪਹਿਲਾਂ ਨਿਹੰਗ ਸਿੰਘ ਆਉਂਦੇ ਹੁੰਦੇ ਤੇ, ਅੱਛਾ ਉਹ ਵਰਤਣ ਲਈ ਜਾਂਦੇ ਹੁੰਦੇ ਤੇ ਨਿਹੰਗ ਸਿੰਘ, ਗੁਰੂ ਕੇ ਲਾਡਲੀਆਂ ਫੌਜਾਂ ਲੈ ਕੇ ਜਾਂਦੀਆਂ ਤੀਆਂ ਜੀ। ਫਿਰ ਹੁਣ ਤਾਂ ਆਮ ਲੋਕ ਲੱਗੇ ਆਮ ਲੈਣੀ। ਇਹਦਾ ਫਾਇਦਾ ਇੱਦਾਂ ਦੇਖੋ, ਇਹਦੇ 'ਚ ਤੁਸੀਂ ਦਾਲ ਸਬਜ਼ੀ ਬਣਾਓਗੇ ਉਹਦਾ ਰੰਗ ਕਾਲਾ ਹੋ ਜਾਏਗਾ। ਕਾਲਾ ਕਾਹਤੇ ਹੋਏਗਾ ਕਿ ਨੂਣ ਹੈ, ਇਹ ਲੋਹੇ ਨੂੰ ਖੋਰ ਦਿੰਦਾ ਹੈ। ਬਿਲਕੁਲ। ਉਹ ਫਿਰ ਉਹੀ ਆਇਰਨ ਹੈ ਜੋ ਸਾਡੇ ਅੰਦਰ ਦਵਾਈ ਦੇ ਮੁਤਾਬਿਕ। ਸੋ ਹੁਣ ਅਸੀਂ ਬਾਬਾ ਹਰਦੇਵ ਸਿੰਘ ਹੁਣਾਂ ਦੇ ਕੋਲੋਂ ਜਾਣਾਂਗੇ ਕਿ ਕਿਹੜੇ-ਕਿਹੜੇ ਬਰਤਨ ਨੇ ਜਿਹੜੇ ਸਰਬ ਲੋਹ ਦੇ ਵਿੱਚ ਤਿਆਰ ਹੋ ਰਹੇ ਨੇ, ਔਰ ਜਿਵੇਂ ਇਹਨਾਂ ਨੇ ਦੱਸਿਆ ਕਿ ਅੱਜ ਕੱਲ੍ਹ ਤਾਂ ਆਮ ਘਰਾਂ ਦੇ ਵਿੱਚ ਵੀ ਜਿਹੜੀ ਵਰਤੋਂ ਆ ਉਹ ਸ਼ੁਰੂ ਹੋ ਗਈ। ਹਾਲਾਂਕਿ ਪਹਿਲਾਂ ਜਿਹੜੇ ਗੁਰਸਿੱਖ ਪਰਿਵਾਰ ਜਾਂ ਨਿਹੰਗ ਸਿੰਘ ਜਿਹੜੇ ਸੀਗੇ ਉਹੀ ਗੁਰੂ ਸਾਹਿਬ ਦਾ ਆਦੇਸ਼ ਮੰਨਦੇ ਹੋਏ ਵਰਤੋਂ ਕਰ ਰਹੇ ਸੀਗੇ, ਪਰ ਹੁਣ ਆਮ ਲੋਕ ਵੀ ਜਿਹੜੇ ਨੇ ਕਾਫੀ ਜਾਗਰੂਕ ਹੋ ਗਏ ਨੇ ਕਿ ਸਰਬ ਲੋਹ ਦੇ ਬਰਤਨਾਂ ਦੇ ਵਿੱਚ ਖਾਣਾ ਖਾਣਾ ਚਾਹੀਦਾ। ਸੋ ਬਾਬਾ ਜੀ ਦੇ ਕੋਲੋਂ ਜਾਣਦੇ ਆ ਆਪਾਂ ਜੀ। ਬਾਬਾ ਜੀ ਕਿਹੜੇ-ਕਿਹੜੇ ਬਰਤਨ ਤਿਆਰ ਕਰ ਲੈਂਦੇ ਹੋ? ਚਮਚਾ ਜੀ, ਜੀ, ਬਾਟੇ ਜੀ, ਸੋ ਇਹ ਪਤੀਲੇ ਵੀ ਜਿਹੜੇ ਨੇ ਜੀ, ਚਾਹ ਦੁੱਧ ਬਾਰੇ। ਤੇ ਬਾਬਾ ਜੀ ਜਿਵੇਂ ਇਹ ਬਹੁਤ ਮਤਲਬ ਕਾਲਾ ਲੱਗ ਰਿਹਾ ਹੈਗਾ ਆ, ਔਰ ਇਹ ਜਦੋਂ ਸਾਫ਼ ਕਰਾਂਗੇ ਮਾਂਜੇ ਸਾਫ਼ ਹੋ ਜਾਣਾ ਜੀ। ਸੋ ਇਹ ਬੜਾ ਲੋਹੇ ਦੀ ਦਿੱਕਤ ਰਹਿੰਦੀ ਹੈ ਕਿ ਇਹਨੂੰ ਜੰਗਾਲ ਜਿਹੜਾ ਛੇਤੀ ਲੱਗ ਜਾਂਦਾ, ਜਰਾ ਵੀ ਸੈਲਾਬ ਹੋਵੇ, ਤੇ ਫਿਰ ਉਹਦੇ ਲਈ ਤੁਸੀਂ ਕਿੱਦਾਂ ਇੱਥੇ ਵੀ, ਕਿਉਂਕਿ ਦੁਕਾਨ 'ਚ ਵੀ ਸਾਂਭ ਸੰਭਾਲੀ ਕੀ ਕਰਦੇ ਹੋ? ਸਾਂਝ ਸੰਭਾਲ ਦੁਕਾਨ ਵੀ ਤਾਂ ਇਹੀ ਹੈ ਜੀ, ਬਣਾ ਕੇ ਰੱਖ ਲੈਂਦੇ ਹਾਂ ਅਸੀਂ। ਅੱਛਾ। ਸਾਡਾ ਨਾਲ ਦੀ ਨਾਲ ਵਿਕੀ ਜਾਂਦਾ ਹੈ ਜੀ। ਅੱਗੇ ਵੀ ਸੰਭਾਲ ਪਰਿਵਾਰ ਜੋ ਲੈ ਕੇ ਜਾਂਦਾ ਉਹ ਪਰਿਵਾਰ ਕਰਦਾ ਹੈ। ਇਹਦੇ ਮਾਂਜ ਕੇ ਸੁੱਕਾ ਰੱਖਣਾ ਪੈਂਦਾ, ਸੁੱਕ ਮਾਂਜ ਕਰਨੀ ਪੈਂਦੀ ਹੈ, ਤੇ ਬਿਲਕੁਲ ਸਾਫ਼ ਜਿੱਦਾਂ ਸਟੀਲ ਦਾ ਬਰਤਨ ਇੱਦਾਂ ਬਣ ਜਾਣਾ ਹੈ। ਤੇ ਕੀ ਇਹਨੂੰ ਸਵਾਦ ਦੇ ਨਾਲ ਹੀ ਮਾਂਜਣਾ ਪੈਂਦਾ ਹੈ? ਸਵਾਦ ਨਾਲ ਮਾਂਜੋ, ਰੇਤ ਨਾਲ ਮਾਂਜੋ ਜੀ। ਅੱਛਾ, ਰੇਤ ਨਾਲ, ਕਿਉਂਕਿ ਅੱਜ ਕੱਲ੍ਹ ਤੇ ਚੁੱਲ੍ਹੇ ਨਹੀਂ ਰਹੇ ਘਰਾਂ ਦੇ ਵਿੱਚ, ਤੇ ਸਵਾਦ ਕਿੱਥੋਂ ਆਏਗੀ? ਰੇਤ ਤਾਂ ਮਿਲ ਜਾਂਦੀ ਹੈ ਨਾ, ਰੇਤ ਨਾਲ ਹੋ ਜਾਣਾ ਜੀ ਜੀ। ਤੇ ਪਾਣੀ ਵਰਤ ਸਕਦੇ ਆ? ਬਰਤਨ ਹੈ ਜੀ, ਪਾਣੀ ਨਾਲ ਤਾਂ ਬਰਤਨ ਹੀ ਹੈ ਪਹਿਲਾਂ ਜੀ, ਫਿਰ ਬਾਅਦ ਵਿੱਚ ਸੁੱਕਾ ਰੱਖਣਾ ਬਿਲਕੁਲ। ਸੋ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੋਏਗਾ ਕਿ ਸ਼ਾਇਦ ਇਕੱਲੇ ਬਾਟੇ ਹੀ ਜਿਹੜੇ ਨੇ ਉਹੀ ਸਰਬ ਲੋਹ ਦੇ ਵਿੱਚ ਆਉਂਦੇ ਨੇ, ਪਰ ਅਸੀਂ ਤੁਹਾਡੀ ਨਜ਼ਰ ਮਰਵਾ ਦਈਏ ਕਿ ਜਿਵੇਂ ਇੱਧਰ ਚਾਹੇ ਆਪਾਂ ਤੜਕਾਦਾਨੀ ਦੀ ਗੱਲ ਕਰ ਲਈਏ, ਚਾਹ ਬਣਾਉਣ ਵਾਲੇ ਪਤੀਲੇ ਦੀ ਗੱਲ ਕਰ ਲਈਏ, ਚਾਹੇ ਕੜਾਹੀਆਂ ਦੀ ਗੱਲ ਕਰ ਲਈਏ, ਹਰ ਇੱਕ ਤਰ੍ਹਾਂ ਦਾ, ਛੋਟੀ ਕੌਲੀਆਂ ਦੀ ਗੱਲ ਕਰ ਲਈਏ, ਕੁੱਟਣ ਉਹ ਕੀ ਹੈ? ਮਾਮ ਚੀਜ਼ਤੇ ਹੈ ਜੀ, ਮਸਾਲਾ ਕੁੱਟਣੇ ਵਾਸਤੇ ਜੀ। ਮਾਮ ਚੀਜ਼ਤਾ ਹੈ ਜੀ, ਮਸਾਲਾ ਜਿੱਦਾਂ ਆਪਣਾ ਕੁੱਟਣਾ, ਦਾਲਚੀਨੀ ਵਗੈਰਾ ਸਭ ਕੁਝ ਕੁੱਟ ਸਕਦੇ ਹਾਂ ਇਹਦੇ ਵਿੱਚ। ਸੋ ਹਰ ਤਰ੍ਹਾਂ ਦੇ ਜਿਹੜੇ ਬਰਤਨ ਨੇ ਉਹ ਇੱਥੇ ਇਹਨਾਂ ਨੇ ਬਣਾਉਂਦੇ ਨੇ ਔਰ ਇਹਨਾਂ ਨੇ ਰੱਖੇ ਹੋਏ ਆ ਜੀ। ਇਹ ਥਾਲੀ ਹੈ ਜੀ ਖਾਣਾ ਖਾਣ ਵਾਸਤੇ, ਆ ਦੇਖੋ। ਅੱਛਾ। ਹਾਂਜੀ, ਖਾਣਾ ਖਾਣ ਵਾਸਤੇ ਥਾਲੀ ਹੈ, ਇਹ ਖਾਣਾ ਜੀ। ਸੋ ਇਹ ਪੂਰਾ ਜਿਹੜਾ ਇੱਕ ਆਪਾਂ ਕਹਿ ਸਕਦੇ ਪੂਰਾ ਸੈੱਟ ਆ ਖਾਣਾ ਖਾਣ ਦੇ ਲਈ। ਸੋ ਇਸੇ ਤਰ੍ਹਾਂ ਇੱਧਰ ਕੜਾਹੀਆਂ, ਹਰ ਇੱਕ ਤਰ੍ਹਾਂ ਦੀ ਜਿਹੜੀ ਚੀਜ਼ ਆ ਉਹ ਸਰਬ ਲੋਹ ਦੀ ਮੌਜੂਦ ਆ। ਖੁਰਪੇ ਦੀ ਗੱਲ ਕਰ ਲਈਏ, ਵੱਡੇ ਕੜਾਹੇ ਜਿਨ੍ਹਾਂ 'ਚ ਲੰਗਰ ਤਿਆਰ ਹੁੰਦਾ ਹੈ ਜੀ। ਇਹ ਤਵਾ ਹੈ ਜੀ, ਰੋਟੀ ਪਕਾਉਣ ਵਾਸਤੇ ਤਵਾ, ਫੁਲਕੇ ਲਾਉਣ ਦੇ ਲਈ। ਫੁਲਕੇ ਲਾਉਣ ਵਾਸਤੇ ਤਵਾ ਜੀ। ਤੇ ਇਹਨਾਂ ਨੂੰ ਕਿਵੇਂ ਚੁੱਲ੍ਹੇ ਤੇ ਯੂਜ਼ ਕਰਨਾ ਸਹੀ ਹੈ ਜਾਂ ਇਹਨਾਂ ਨੂੰ ਗੈਸ ਤੇ ਵੀ ਯੂਜ਼ ਗੈਸ ਤੇ ਵੀ ਜਦੋਂ ਅੱਗ ਤੇ ਬਸ ਰੱਖਣਾ ਜੀ, ਕਿਤੇ ਵੀ ਯੂਜ਼ ਕਰ ਕਿਤੇ ਸਕਦੇ? ਯੂਜ਼ ਕਰ ਸਕਦੇ ਹਾਂ ਜੀ। ਕੋਈ ਦਿੱਕਤ ਨਹੀਂ ਆਏਗੀ? ਕੋਈ ਦਿੱਕਤ ਨਹੀਂ, ਕੋਈ ਦਿੱਕਤ। ਕਿੰਨਾ ਕੁ ਸਮਾਂ ਇਹ ਜਿਹੜੇ ਲੋਹੇ ਦਾ ਬਰਤਨ ਹੈ ਕੱਢ ਜਾਂਦਾ ਆ? ਇਹ ਤਾਂ ਘੜੇ ਤਾਂ ਜੀ 50 ਸਾਲ ਦੀ ਗਾਰੰਟੀ ਹੈ ਜੀ। ਹਾਂਜੀ। ਅੱਛਾ, ਹੈਵੀ ਹੈ ਤਾਂ ਹੈਵੀ ਹੈ ਨਾ ਬਣਾਇਆ ਵਾ, ਦੇਖੋ। ਅੱਛਾ, ਭਾਰਾ ਆ। ਹਾਂਜੀ। ਜੀ। ਸੋ ਤੁਹਾਡੇ ਪਿੰਡ ਦੇ ਵਿੱਚ ਵੀ ਆਮ ਹੀ ਹੈ ਜਿਹੜੀਆਂ ਬੀਬੀਆਂ ਨੇ, ਉਹ ਚਾਹੇ ਪਰਾਤ ਦੀ ਗੱਲ ਕਰੀਏ, ਆਟਾ ਗੁੰਨਣ ਵਾਲੀ, ਉਹਦੀ ਤਾਂ ਵਰਤੋਂ ਸਰਬ ਲੋਹ ਦੇ ਵਿੱਚ ਕਰਦੇ ਹੀ ਤਵੇ ਕਰਦੇ ਵੀ ਕਰਦੇ, ਤਵੇ ਦੀ ਵਰਤੋਂ ਵੀ ਕਰਦੇ ਹਾਂ ਜੀ। ਤਵੇ ਦੀ ਤੁਸੀਂ ਸਰਬ ਲੋਹ ਦਾ ਵਰਤਣਾ ਹਾਂਜੀ, ਆ ਤਵੇ ਜੀ। ਤੜਕਣੇ ਵੀ ਸਰਬ ਲੋਹ ਦੇ ਵਰਤਦੇ ਹਾਂ ਜੀ। ਬੀਬੀਆਂ ਤਾਂ ਵਰਤਦੀਆਂ ਜੀ ਕੜਾਹੀਆਂ ਵਰਤਦੀਆਂ ਜੀ, ਜੀ। ਘੇ ਬਣਾਉਣ ਵਾਸਤੇ, ਅੱਛਾ ਦੁੱਧ ਗਰਮ ਵਾਸਤੇ ਪਤੀਲੇ ਵਰਤਦੇ ਆ ਬੀਬੀਆਂ। ਹਾਂਜੀ। ਮੈਂ ਇੱਕ ਬਹੁਤ ਖੂਬਸੂਰਤ, ਮੈਂ ਕਹਿ ਸਕਦੀ ਹਾਂ ਬਹੁਤ, ਦੇਖੋ ਪਤੀਲਾ ਜਿਹੜਾ ਹੈਗਾ ਹੈ ਬਹੁਤ ਸੋਹਣਾ ਬਣਾਇਆ ਹੋਇਆ। ਇਹ ਇਹਨਾਂ ਨੇ ਸਾਨੂੰ ਦੱਸਿਆ ਸੀ ਕਿ ਇਹਦਾ ਕਾੜਨੀ ਦਾ ਕੰਮ ਅਸੀਂ ਇਹਦੇ ਤੋਂ ਲੈ ਸਕਦੇ ਹਾਂ। ਦੁੱਧ ਗਰਮ ਕਰ ਸਕਦੇ ਹਾਂ ਇਹਦੇ ਵਿੱਚ, ਚਾਹ ਬਣਾ ਸਕਦੇ ਹਾਂ, ਦਾਲ ਸਬਜ਼ੀ ਇਹਦੇ ਬਣਾ ਸਕਦੇ ਹਾਂ, ਜੋ ਮਰਜ਼ੀ ਕਰ ਸਕਦੇ ਹਾਂ ਇਹਦੇ ਵਿੱਚ ਜੀ। ਸੋ ਮਤਲਬ ਇਸ ਤਰ੍ਹਾਂ ਦੇ ਪਤੀਲੇ ਦੇ ਵਿੱਚ ਕਾੜਿਆ ਹੋਇਆ ਜਿਹੜਾ ਦੁੱਧ ਆ, ਜਾਂ ਇੱਕ ਜਿਵੇਂ ਪਹਿਲੇ ਸਮੇਂ ਦੇ ਵਿੱਚ ਔਰਤਾਂ ਲੰਬੇ ਸਮੇਂ ਦੇ ਲਈ ਜਿਹੜਾ ਸੀਗਾ ਦੁੱਧ ਕਾੜਦੀਆਂ ਹੁੰਦੀਆਂ ਸੀਗੀਆਂ, ਆਇਰਨ ਦੀ ਜਿਹੜੀ ਮਾਤਰਾ ਆ ਉਹ ਭਰਪੂਰ ਹੋ ਜਾਂਦੀ ਆ। ਔਰ ਆਇਰਨ ਸਾਡੇ ਸਰੀਰ ਦੇ ਲਈ ਬੜਾ ਜ਼ਰੂਰੀ ਆ। ਪਹਿਲਾਂ ਕਿਹਾ ਜਾਂਦਾ ਸੀ ਕਿ ਪੰਜਾਬੀਆਂ ਦੇ ਜਿਹੜੇ ਰੰਗ ਨੇ ਉਹ ਮਗਦੇ ਨੇ, ਉਹਨਾਂ ਦੇ ਰੰਗਾਂ ਦੇ ਵਿੱਚ ਲਾਲਗੀ ਹੈ, ਪਰ ਅੱਜ ਕੱਲ੍ਹ ਅਸੀਂ ਪੀਲੇ ਪੈ ਗਏ। ਉਹਦਾ ਕਾਰਨ ਹੀ ਹੈ ਕਿਉਂਕਿ ਸਾਡੀ ਰਸੋਈ ਦੇ ਵਿੱਚੋਂ ਜੋ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ ਉਹ ਗਾਇਬ ਹੋ ਗਈਆਂ, ਔਰ ਕਿਤੇ ਨਾ ਕਿਤੇ ਫੈਸ਼ਨ ਪ੍ਰਸਤੀ ਦੇ ਚੱਲਦੇ ਹੋਏ ਜਾਂ ਵਿਖਾਵੇ ਦੇ ਚੱਲਦੇ ਹੋਏ ਚੀਨੀ, ਪਲਾਸਟਿਕ, ਇਹਨਾਂ ਬਰਤਨਾਂ ਨੇ ਜਿਹੜੀ ਜ਼ਿਆਦਾ ਥਾਂ ਲੈ ਲਈ। ਸਾਨੂੰ ਇਹ ਮਾਂਜਣ 'ਚ ਸੌਖੇ ਲੱਗਦੇ ਨੇ, ਪਰ
ਅੱਗੇ ਜਾ ਕੇ ਜੋ ਸਾਡੀ ਸਿਹਤ ਤੇ ਇਹਨਾਂ ਦੇ ਪ੍ਰਭਾਵ ਪੈਂਦੇ ਨੇ, ਜੇ ਅਸੀਂ ਉਹਨਾਂ ਬਾਰੇ ਸੋਚੀਏ ਤੇ ਆਪਣੇ ਆਪ ਸਾਡਾ ਮਨ ਸਾਨੂੰ ਪ੍ਰੇਰਿਤ ਕਰੇਗਾ ਕਿ ਸਾਨੂੰ ਸਰਬ ਲੋਹ ਦੇ ਬਰਤਨ ਜਿਹੜੇ ਨੇ ਉਹ ਵਰਤਣੇ ਚਾਹੀਦੇ ਨੇ। ਜੇਕਰ ਖਾਸ ਕਰ ਅਸੀਂ ਗੁਰਸਿੱਖ ਪਰਿਵਾਰਾਂ ਦੀ ਗੱਲ ਕਰੀਏ ਤੇ ਉਹਨਾਂ ਨੂੰ ਤਾਂ ਗੁਰੂ ਸਾਹਿਬ ਦਾ ਆਦੇਸ਼ ਸਮਝ ਕੇ ਔਰ ਆਪਣੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਨੇ ਉਹ ਸਰਬ ਲੋਹ ਦੇ ਬਰਤਨਾਂ ਦੇ ਵੱਲ ਜ਼ਰੂਰ ਆਉਣਾ ਚਾਹੀਦਾ ਹੈ। ਔਰ ਇਸ ਵੇਲੇ ਇਹ ਅਸੀਂ ਤੁਹਾਨੂੰ ਪਿੰਡ ਘੜੂਆ ਦੇ ਵਿੱਚ ਲੈ ਕੇ ਆਏ ਹਾਂ, ਜਿੱਥੇ ਕਿ ਗੁਰੂ ਸਾਹਿਬ ਦਾ ਇਹਨਾਂ ਨੂੰ ਵਰਦਾਨ ਵੀ ਸੀਗਾ ਔਰ ਉਸ ਵਿਰਾਸਤ ਨੂੰ ਸੰਭਾਲਣ ਦੇ ਲਈ ਪਹਿਲਾਂ ਤੇ ਇਸ ਪਿੰਡ ਦੇ ਵਿੱਚ ਲਗਾਤਾਰ ਜਿਹੜਾ ਸੀਗਾ ਲੋਹੇ ਸਰਬ ਲੋਹ ਦੇ ਬਰਤਨ ਬਣਨ ਦਾ ਕੰਮ ਹੁੰਦਾ ਸੀ, ਜਿਸ ਕਰਕੇ ਗੁਰੂ ਸਾਹਿਬ ਨੇ ਵੀ ਜਦੋਂ ਇੱਥੇ ਆ ਕੇ ਪ੍ਰਸ਼ਾਦਾ ਛਕਿਆ ਸੀਗਾ ਤੇ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਦਾ ਜਿਹੜਾ ਲੋਹੇ ਦਾ ਕਾਰੋਬਾਰ ਆ, ਸਰਬ ਲੋਹ ਦੇ ਖਾਸ ਕਰ ਜਿਹੜੇ ਬਰਤਨ ਬਣਦੇ ਹੈਗੇ ਨੇ ਉਹ ਜਿਹੜੇ ਨੇ ਉਹ ਚਾਂਦੀ ਦੇ ਭਾਅ ਵਿਕਣਗੇ। ਪਰ ਉਸ ਤੋਂ ਬਾਅਦ ਮੰਗ ਘਟੀ, ਉਸ ਦੇ ਨਾਲ ਉਹ ਵਰ ਵੀ ਸਾਨੂੰ ਐਂ ਲੱਗਾ ਕਿ ਜਿਵੇਂ ਕਿਤੇ ਰੁਕ ਗਿਆ ਹੋਵੇ। ਪਰ ਹੁਣ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਫਿਰ ਤੋਂ ਜਿਹੜਾ ਕੰਮ ਹੈ ਚੜ੍ਹਦੀ ਕਲਾ 'ਚ ਆਮ ਲੋਕ ਜਿਹੜੇ ਨੇ ਉਹ ਕਾਫੀ ਹੱਦ ਤੱਕ ਜਾਗਰੂਕ ਹੋਏ ਨੇ। ਇਹ ਤੋਂ ਇਲਾਵਾ ਮੇਰੇ ਖਿਆਲ ਨਾਲ ਇੱਥੇ ਗੇਟ ਵਗੈਰਾ ਹਰ ਇੱਕ ਚੀਜ਼ ਜਿਹੜੀ ਲੋਹੇ ਦੀ ਜਿਹੜੀ ਆ ਉਹ ਇੱਥੇ ਤਿਆਰ ਹੁੰਦੀ ਆ ਔਰ ਇੱਥੋਂ ਜਿਹੜੇ ਹੈਗੇ ਡਿਮਾਂਡ ਦੇ ਉੱਤੇ ਵੀ ਜਿਹੜਾ ਸਮਾਨ ਬਣਦਾ। ਬਾਬਾ ਜੀ ਬਾਹਰ ਵੀ ਸਮਾਨ ਜਾਂਦਾ ਹੈਗਾ ਸਰਬ ਲੋਹ ਦੇ ਬਰਤਨ? ਕੈਨੇਡਾ, ਅਮਰੀਕਾ, ਇੰਗਲੈਂਡ ਸਭ ਪਾਸੇ ਜਾ ਰਿਹਾ ਜੀ ਬਾਹਰ। ਅੱਛਾ, ਸਾਰੇ ਪਾਸੇ ਬਹੁਤ ਜ਼ਿਆਦਾ ਜੀ, ਹੁਣ ਤਾਂ ਬਹੁਤ ਜ਼ਿਆਦਾ ਐਕਸਪੋਰਟ ਹੋਣ ਲੱਗਾ ਸਮਾਨ ਜੀ, ਬਹੁਤ ਜ਼ਿਆਦਾ ਜੀ। ਸੋ ਕੀ ਕਹਿਣਾ ਚਾਹੋਗੇ, ਬਹੁਤ ਸਾਰੇ ਜਿਹੜੇ ਗੁਰੂ ਸਾਹਿਬ ਦਾ ਵੀ ਇੱਥੇ ਆ ਕੇ ਇਹ ਆਦੇਸ਼ ਰਿਹਾ ਹੈਗਾ ਕਿ ਸਰਬ ਲੋਹ ਦੇ ਬਰਤਨ ਦੇ ਵਿੱਚ ਖਾਣਾ ਖਾਣਾ ਚਾਹੀਦਾ ਔਰ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਤਾਂ ਛਕਦੇ ਹੀ ਨੇ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਜੀ ਅਸੀਂ ਤਾਂ ਇਹੀ ਕਹਾਂਗੇ ਕਿ ਆਮ ਲੋਕ ਵੀ ਇਹਦੇ ਵਿੱਚ ਛਕਣ ਤਾਂ ਕਿ ਸਾਡਾ ਜੋ ਸਮਾਜ ਹੈ ਰੋਗ ਰਹਿਤ ਹੋ ਸਕੇ ਜੀ, ਕੋਈ ਬਿਮਾਰੀ ਨਾ ਲੱਗੇ, ਤੰਦਰੁਸਤ ਰਹਿਣ ਸਰੀਰ ਸਾਰੇ ਜੀ, ਇਹੀ ਕਹਾਂਗੇ ਅਸੀਂ। ਸੋ ਬਹੁਤ-ਬਹੁਤ ਧੰਨਵਾਦ ਸਾਡੇ ਨਾਲ। ਸੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਸੀਗੇ ਇਤਿਹਾਸਿਕ ਪਿੰਡ ਘੜੂਆ ਦੇ ਵਿੱਚ, ਜਿੱਥੇ ਕਿ ਸਰਬ ਲੋਹ ਦੇ ਬਰਤਨਾਂ ਦਾ ਕੰਮ ਅੱਜ ਵੀ ਗੁਰੂ ਪਾਤਸ਼ਾਹ ਦੀ ਮਿਹਰ ਸਦਕਾ ਉਸੇ ਤਰ੍ਹਾਂ ਦੇ ਨਾਲ ਕਈ ਪੀੜ੍ਹੀਆਂ ਬੀਤਣ ਤੋਂ ਬਾਅਦ ਵੀ ਚੱਲ ਰਿਹਾ ਆ, ਜਿੱਥੇ ਕਿ ਹਰ ਤਰ੍ਹਾਂ ਦੇ ਬਰਤਨ ਜਿਹੜੇ ਨੇ ਉਹ ਮਿਲਦੇ ਨੇ। ਉਹ ਚਾਹੇ ਲੰਗਰ ਦੇ ਵਿੱਚ ਵਰਤੋਂ 'ਚ ਆਉਣ ਵਾਲੇ ਵੱਡੇ ਕੜਾਹੇ ਹੋਣ, ਚਾਹੇ ਦੇਗੇ ਹੋਣ, ਚਾਹੇ ਲੋਹੇ ਦੇ ਦਰਵਾਜ਼ੇ ਹੋਣ, ਔਰ ਬਰਤਨਾਂ ਦੇ ਵਿੱਚ ਹਰ ਇੱਕ ਬਰਤਨ ਜਿਹੜਾ ਆ ਇੱਥੇ ਤੁਹਾਨੂੰ ਸਰਬ ਲੋਹ ਦੇ ਵਿੱਚ ਮਿਲ ਜਾਵੇਗਾ। ਹਾਲਾਂਕਿ ਜਿਵੇਂ ਕਿ ਦੁਕਾਨਦਾਰਾਂ ਨੇ ਜਾਂ ਬਜ਼ੁਰਗਾਂ ਨੇ ਸਾਨੂੰ ਦੱਸਿਆ ਕਿ ਇਸ ਵੇਲੇ ਜਿਹੜਾ ਕਾਰੋਬਾਰ ਹੈ ਫਿਰ ਤੋਂ ਇੱਕ ਵਾਰੀ ਚੰਗੇ ਪੱਧਰ ਦੇ ਨਾਲ ਚੱਲਣ ਲੱਗ ਗਿਆ ਹੈ। ਪਹਿਲਾਂ ਜ਼ਰੂਰ ਕੁਝ ਖੜੌਤ ਆਈ ਸੀ ਪਰ ਫਿਰ ਹੁਣ ਉਸੇ ਤਰ੍ਹਾਂ ਨਾਲ ਪ੍ਰਫੁੱਲਿਤ ਹੋ ਰਿਹਾ। ਪਰ ਇਸ ਦੇ ਬਾਵਜੂਦ ਵੀ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੇ ਗੁਰਦੁਆਰੇ ਨੇ, ਗੁਰੂ ਘਰ ਨੇ, ਜਿੱਥੇ ਕਿ ਸਰਬ ਲੋਹ ਦੇ ਬਰਤਨਾਂ ਦੀ ਵਰਤੋਂ ਨਹੀਂ ਹੁੰਦੀ, ਉਲਟਾ ਜਿਹੜੇ ਹੈਗੇ ਨੇ ਉਹ ਦੂਸਰੇ ਜਿਹੜੀਆਂ ਧਾਤਾਂ ਦੇ ਬਰਤਨ ਨੇ ਉਹ ਵਰਤੋਂ ਦੇ ਵਿੱਚ ਲਿਆਂਦੇ ਜਾਂਦੇ ਨੇ। ਪਰ ਜਿਵੇਂ ਕਿ ਗੁਰੂ ਸਾਹਿਬ ਦਾ ਵੀ ਆਦੇਸ਼ ਹੈ ਔਰ ਸਰੀਰ ਦੇ ਲਈ ਜਿਹੜਾ ਹੈ ਉਹ ਸਰਬ ਲੋਹ ਦੇ ਬਰਤਨ ਦਾ ਜਿਹੜਾ ਖਾਣਾ ਆ ਉਹ ਬਹੁਤ ਲਾਹੇਵੰਦ ਹੈਗਾ। ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਡੀਆਂ ਜਥੇਬੰਦੀਆਂ, ਕਮੇਟੀਆਂ ਨੂੰ, ਕਿ ਘੱਟੋ ਘੱਟ ਗੁਰੂ ਘਰਾਂ ਦੇ ਵਿੱਚ ਜੋ ਸਰਬ ਲੋਹ ਦੀ ਪਿਰਤ ਹੈ ਇਸ ਨੂੰ ਜਿਹੜਾ ਹੈ ਉਹ ਜਾਰੀ ਰੱਖਿਆ ਜਾਵੇ। ਜੋ ਲੰਗਰ ਪ੍ਰਸ਼ਾਦਾ ਸੰਗਤ ਦੇ ਲਈ ਤਿਆਰ ਹੁੰਦਾ ਹੈ ਉਹ ਸਰਬ ਲੋਹ ਦੇ ਬਰਤਨ ਦੇ ਵਿੱਚ ਹੋਵੇ। ਤੇ ਕਿਆ ਹੀ ਬਾਤ ਹੈ, ਜਿੱਥੇ ਗੁਰੂ ਦੀ ਮਿਹਰ ਦੇ ਸਦਕਾ ਉਹ ਲੰਗਰ ਜਿਹੜਾ ਹੈ ਉਂਝ ਵੀ ਜਿਹੜਾ ਹੈ ਉਹ ਸਰੀਰ ਦੇ ਲਈ ਇੰਨਾ ਸਹਾਈ ਹੁੰਦਾ ਹੈ, ਉੱਥੇ ਹੀ ਜਿਹੜਾ ਹੈ ਉਹ ਹੋਰ ਵੀ ਜ਼ਿਆਦਾ ਵਧੀਆ ਹੋ ਜਾਏਗਾ ਜੇਕਰ ਉਹ ਲੰਗਰ ਜਿਹੜਾ ਹੈ ਉਹ ਸਰਬ ਲੋਹ ਦੇ ਬਰਤਨਾਂ ਦੇ ਵਿੱਚ ਬਣਾਇਆ ਜਾਵੇਗਾ। ਸੋ ਅਸੀਂ ਇਸੇ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰਦੇ ਰਹਾਂਗੇ ਕਿ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਜੋ ਯਾਦਗਾਰਾਂ ਹਨ ਉਸ 'ਤੇ ਤੁਹਾਨੂੰ ਲੈ ਕੇ ਜਾਈਏ, ਇਤਿਹਾਸ ਤੋਂ ਤੁਹਾਨੂੰ ਰੂਬਰੂ ਕਰਵਾਈਏ ਤੇ ਉਹ ਪਿੰਡ ਜੋ ਆਪਣੀਆਂ ਪੁਰਾਣੀਆਂ ਵਿਰਾਸਤਾਂ ਹਾਲੇ ਤੱਕ ਸਾਂਭੇ ਬੈਠੇ ਨੇ ਉਹਨਾਂ ਦੇ ਵਿੱਚ ਜ਼ਰੂਰ ਤੁਹਾਨੂੰ ਲੈ ਕੇ ਜਾਈਏ। ਤੁਸੀਂ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਨਾਲ। ਫਿਲਹਾਲ ਮੈਨੂੰ ਦਿਓ ਆਗਿਆ, ਸਤਿ ਸ਼੍ਰੀ ਅਕਾਲ।